ਮੈਨੂੰ ਪਤਾ ਸੀ ਕਿ ਮੈਂ ਕੁਝ ਕਰ ਸਕਦੀ ਹਾਂ, ਮੈਨੂੰ ਵਿਸ਼ਵਾਸ ਸੀ ਆਪਣੇ ਉੱਤੇ। ਮੈਂ ਮੰਨਦੀ ਹਾਂ ਕਿ ਕਦੇ ਵੀ ਚਮਤਕਾਰਾਂ ਦੀ ਰਾਹ ਨਹੀਂ ਹੈ ਵਿਸ਼ਵਾਸ ਨਾਲ, ਬਟ ਮੈਂ ਇਹ ਮੰਨਦੀ ਹਾਂ ਕਿ ਮੈਨੂੰ ਵਿਸ਼ਵਾਸ ਦੇ ਕਾਰਨ ਮੇਰੀ ਲਾਈਫ ਤੇ ਚਮਤਕਾਰ ਹੋਇਆ। ਜਿਹਨੂੰ ਗੁਰਮੁਖੀ ਨਹੀਂ ਆਉਂਦੀ ਤੇ ਆਪਾਂ ਸੋਚ ਵੀ ਨਹੀਂ ਸਕਦੇ ਕਿ ਇਹ ਲਿਖਾਂਗੇ, ਪਰ ਜਿਸ ਵੇਲੇ ਇਹ ਹੁਕਮ ਹੋ ਗਿਆ ਕਿ ਲਿਖਣਾ ਹੈ ਹਰਪ੍ਰੀਤ ਜੀ, ਉਸ ਵਕਤ मेरे पैर ना कह लो कि जमीन पे लगता ही नहीं। तो महाराज ने भी कुछ देखा होगा ना। एक बार रात नू अप्रैल 2010 की गल है, मैं अपने रूम ते सुत्ती लेटी हुई सी। मेरे रूम के सामने गुरु नानक देव जी, बाला जी, मरदाना जी की पेंटिंग जो मैं खुद बनाई हुई है वो लगी हुई सी। पेंटिंग दे ना उत्ते एकदम रोशनी जी आई, एकदम रोशनी वो चमकन लगी मेरी फोटो महाराज दी। और गुरु नानक देव जी पातशाह दे बुल हिले कि तुसी गुरु ग्रंथ साहब दी हस लिखत सेवा करनी है। फिर शुरू किवें होया? क्योंकि गुरु ग्रंथ साहब जी दा स्वरूप लिखना अपने आप दे विच मतलब मैनूं लगदा है कि दुनिया दा सब तो औखा काम है ते सब तो संतुष्टि वाला काम। मैं सोचती सी कि इतना जो पंजाबी दे 14 साल लाए हैं, किसी ने 9 साल लाए हैं, बिल्कुल तो बहुत ज्यादा लगेगा टाइम पे। मैंने लगे जी 1 साल 7 महीने और 15 दिन। क्या बात है। महाराज दा स्वरूप कंप्लीट हो गया सी और ताई फिर थोड़ा नाम लिम्का बुक ऑफ वर्ल्ड रिकॉर्ड च। बिल्कुल जी। एक रात बाबा बुड्ढा जी ने मैनू सपने विच आए। अच्छा। हाँ जी। ते उन्होंने मेरा पेन पकड़िया और पेपर विच लिख के दसिया कि बेटा जी तुसी बब्बा जड़ा ना वो गलत पा रहे हो। मैं उठ के देखा, सब तो पहले मैं देखा वो वाकई वो गलत सी। बड़ा सबर ते संतोष। मतलब देखो ਅਸੀਂ ਕਹਿੰਦੇ ਆ ਕਿ ਕੌਤਕ ਨਹੀਂ ਹੁੰਦੇ, ਇਹ ਕੌਤਕ ਨਹੀਂ ਤਾਂ ਹੋਰ ਕੀ ਹੈ। ਜੇ ਤੁਸੀਂ ਪੂਰੇ ਅੰਗ ਲਿਖ ਲੈਂਦੇ ਬੱਬਾ ਤੁਹਾਡਾ ਗਲਤ ਹੀ ਰਹਿੰਦਾ, ਫਿਰ ਕਿੰਨਾ ਮੁਸ਼ਕਲ ਹੋਇਆ। ਬਿਲਕੁਲ ਜੀ। 40 ਅੰਕ ਤੋਂ ਬਾਅਦ ਹੀ ਤੁਹਾਨੂੰ ਗੁਰੂ ਮਹਾਰਾਜ ਨੇ ਸੰਕੇਤ ਦੇ ਦਿੱਤਾ। ਬਿਲਕੁਲ ਹਰਪ੍ਰੀਤ ਜੀ, ਕਿਉਂਕਿ ਲਿਖਵਾ ਉਹ ਹੀ ਰਹੇ ਸਨ ਨਾ, ਹੈ ਨਾ, ਲਿਖਵਾ ਉਹ ਹੀ ਰਹੇ ਸਨ। ਪੇਂਟਿੰਗਸ ਬਹੁਤ ਅੱਛੀਆਂ ਤੁਸੀਂ ਬਣਾਉਂਦੇ ਹੋ, ਕਿਉਂਕਿ ਉਹ ਪੇਂਟਿੰਗਸ ਜਿਹੜੀਆਂ ਨੇ ਉਹ ਦੇਖਣ ਤੋਂ ਐਂ ਲੱਗਦਾ ਕਿ ਹੁਣੇ ਬੋਲਣਗੀਆਂ, ਹੁਣੇ ਕੋਈ ਨਾ ਕੁਝ ਕਹਿਣਗੀਆਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਬਹੁਤ ਮੇਰਾ ਪਿਆਰ ਹੈ, ਬਹੁਤ ਜ਼ਿਆਦਾ। ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ 100% ਵਿੱਚੋਂ 90% ਮਹਾਰਾਜ ਦੇ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੀ ਬੰਦੇ ਆ ਮੇਰੇ। ਅਗਰ ਮੇਰੇ ਮੂੰਹ ਤੋਂ ਵਾਹਿਗੁਰੂ ਜੀ ਨਿਕਲਦਾ ਨਾ ਤੇ ਮੇਰਾ ਧਿਆਨ ਇੱਕਦਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਜਾਂਦਾ ਹੈ, ਸ਼ੁਰੂ ਤੋਂ ਹੀ। ਨਹੀਂ ਪਤਾ ਹਰਪ੍ਰੀਤ ਜੀ ਕਿਉਂ। ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਦਾ ਹਰਪ੍ਰੀਤ ਸ਼ੋ। ਇਸ ਸ਼ੋਅ ਦੇ ਵਿੱਚ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਉਹਨਾਂ ਸ਼ਖਸੀਅਤਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਵੇ ਜੋ ਚਾਨਣ ਮੁਨਾਰੇ ਨੇ, ਜਿਨ੍ਹਾਂ ਤੋਂ ਕੁਝ ਸਿੱਖਣ ਨੂੰ ਮਿਲੇ, ਨਾ ਸਿਰਫ ਤੁਹਾਨੂੰ ਬਲਕਿ ਸਾਨੂੰ ਵੀ ਕੁਝ ਸਿੱਖਣ ਨੂੰ ਮਿਲੇ। ਅਸੀਂ ਕਹਿੰਦੇ ਹਾਂ ਕਿ ਹਰ ਇਨਸਾਨ ਦਾ ਕੋਈ ਨਾ ਕੋਈ ਸੁਪਨਾ ਜ਼ਰੂਰ ਹੁੰਦਾ। ਬਹੁਤ ਸਾਰੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਬਹੁਤ ਸਾਰੀਆਂ ਅਜਿਹੀਆਂ ਸਥਿਤੀਆਂ ਬਣ ਜਾਂਦੀਆਂ ਨੇ ਕਿ ਉਹ ਸੁਪਨੇ ਪੂਰੇ ਨਹੀਂ ਹੋ ਪਾਉਂਦੇ। ਪਰ ਸੁਪਨੇ ਪੂਰੇ ਕਰਨ ਦੇ ਲਈ ਕੋਈ ਏਜ ਬਾਰ ਨਹੀਂ ਹੁੰਦਾ, ਕੋਈ ਮਰਿਆਦਾ ਨਹੀਂ ਹੁੰਦੀ ਉਮਰ ਦੀ ਕਿ ਇਸ ਉਮਰ ਦੇ ਵਿੱਚ ਆ ਕੇ ਤੁਸੀਂ ਆਪਣੇ ਉਹ ਸੁਪਨੇ ਪੂਰੇ ਨਹੀਂ ਕਰ ਸਕਦੇ। ਜੋ ਤੁਸੀਂ ਸੁਪਨੇ ਦੇਖਦੇ ਹੋ ਉਹ ਸੁਪਨੇ ਕਿਸੇ ਵੀ ਉਮਰ ਦੇ ਵਿੱਚ ਜਾ ਕੇ ਤੁਸੀਂ ਪੂਰੇ ਕਰ ਸਕਦੇ ਹੋ, ਬਸ਼ਰਤੇ ਉਹਦੇ ਲਈ 3 ਚੀਜ਼ਾਂ ਬੜੀਆਂ ਜ਼ਰੂਰੀ ਨੇ। ਪਹਿਲਾ ਆਪਣੇ ਆਪ ਤੇ ਵਿਸ਼ਵਾਸ, ਦੂਜਾ ਮਿਹਨਤ ਤੇ ਤੀਜਾ ਅਕੀਦਾ। ਅਕੀਦਾ ਉਸ ਪਰਮਾਤਮਾ ਪਰਮੇਸ਼ਵਰ ਤੇ ਜਿਸ ਤੇ ਤੁਹਾਨੂੰ ਵਿਸ਼ਵਾਸ ਹੁੰਦਾ ਕਿ ਹਾਂ ਕਦੇ ਨਾ ਕਦੇ ਤਾਂ ਮੇਰਾ ਉਹ ਸੁਪਨਾ ਪੂਰਾ ਹੋਏਗਾ, ਕਦੇ ਨਾ ਕਦੇ ਤਾਂ ਰੱਬ ਮੇਰੀ ਬਾਂਹ ਫੜੇਗਾ। ਅਜਿਹੇ ਹੀ ਸੁਪਨੇ ਪੂਰੇ ਕਰਨ ਵਾਲੀ ਅੱਜ ਸ਼ਖਸੀਅਤ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਅ ਆਏ। ਉਹਨਾਂ ਉਤਾਰ ਚੜ੍ਹਾਵਾਂ ਦੇ ਬਾਵਜੂਦ ਵੀ ਉਮਰ ਦੇ ਉਸ ਪੜਾਅ ਦੇ ਵਿੱਚ ਆ ਕੇ ਉਹਨਾਂ ਨੇ ਆਪਣੇ ਉਹ ਸੁਪਨੇ ਪੂਰੇ ਕੀਤੇ ਜਿਹੜੇ ਬਚਪਨ 'ਚ ਦੇਖੇ ਸੀ। ਉਹ ਸੁਪਨੇ ਪੂਰੇ ਕੀਤੇ ਜਿਹਦਾ ਕਹਿ ਸਕਦੇ ਹਾਂ ਕਿ ਫਰਮਾਨ ਉੱਪਰੋਂ ਹੋਇਆ ਸੀਗਾ। ਉਹ ਸਾਰੀਆਂ ਚੀਜ਼ਾਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਮੇਰੇ ਨਾਲ ਬਹੁਤ ਹੀ ਖਾਸ ਅਜ਼ੀਜ਼ ਸ਼ਖਸੀਅਤ ਨੇ ਪਰਵਿੰਦਰ ਕੌਰ ਜੀ। ਬਹੁਤ ਬਹੁਤ ਸਵਾਗਤ ਹੈ ਪਰਵਿੰਦਰ ਕੌਰ ਜੀ ਤੁਹਾਡਾ। ਸ਼ੁਕਰੀਆ। ਪਰਵਿੰਦਰ ਕੌਰ ਜੀ ਨੂੰ ਬੱਬਲ ਵੀ ਕਹਿੰਦੇ ਨੇ, ਨਿਕਨੇਮ ਇਹਨਾਂ ਦਾ ਬੱਬਲ ਵੀ ਹੈ। ਥੋੜ੍ਹਾ ਜਿਹਾ ਮੈਂ ਇਹਨਾਂ ਬਾਰੇ ਜਾਣਕਾਰੀ ਦੇ ਦੇਵਾਂ। ਪਰਵਿੰਦਰ ਕੌਰ ਜੀ ਨੇ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ। ਜੀ ਹਾਂ, ਇੱਕ ਇੱਕ ਅੱਖਰ ਮੋਤੀਆਂ ਵਾਂਗ ਪਰੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹਨਾਂ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ। ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹਨਾਂ ਦਾ ਨਾਮ ਵੀ ਦਰਜ ਹੋਇਆ। ਕਿਸੇ ਵੀ ਕੰਮ ਦੇ ਲਈ ਤੁਹਾਡੀ ਪ੍ਰੇਰਨਾ ਬੜੀ ਜ਼ਰੂਰੀ ਹੈ, ਕਿਸੇ ਵੀ ਕੰਮ ਦੇ ਲਈ ਤੁਹਾਡੀ ਪ੍ਰੋਫੈਸ਼ਨਲ ਹੋਣਾ ਬੜਾ ਜ਼ਰੂਰੀ ਹੈ। ਪਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਕਿਸੇ ਵੀ ਤਰ੍ਹਾਂ ਦੀ ਕੋਈ ਤਕਨੀਕੀ ਜਾਣਕਾਰੀ ਸਿੱਖਿਆ ਇਹਨਾਂ ਨੇ ਲਈ ਨਹੀਂ। ਮੈਂ ਖੁਦ ਹੈਰਾਨ ਹੋ ਜਾਂਦਾ ਜਦੋਂ ਮੈਂ ਸੁਣਦਾ ਇਹਨਾਂ ਤੋਂ ਕਿ ਇਹ ਕਿਵੇਂ ਪੋਸੀਬਲ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਰਹੇ ਹੋ ਤੇ ਤੁਹਾਡੇ ਕੋਲ ਕੋਈ ਉਹਦੇ ਬਾਰੇ ਪ੍ਰੋਫੈਸ਼ਨਲ ਨਾ ਤਾਂ ਕੋਈ ਤੁਸੀਂ ਉਹ ਟ੍ਰੇਨਿੰਗ ਲਈ, ਨਾ ਕੋਈ ਜਾਣਕਾਰੀ ਲਈ। ਇੱਥੋਂ ਤੱਕ ਕਿ
ਇਹ ਵੀ ਸੁਣ ਕੇ ਹੈਰਾਨ ਹੋ ਜਾਓਗੇ, ਚੰਗੀ ਤਰ੍ਹਾਂ ਪੰਜਾਬੀ ਵੀ ਨਹੀਂ ਆਉਂਦੀ ਸੀ, ਗੁਰਮੁਖ ਵੀ ਨਹੀਂ ਆਉਂਦੀ ਸੀ। ਇਹ ਮੇਰੇ ਲਈ ਇੱਕ ਬੜੀ ਵੱਡੀ ਖਬਰ ਸੀਗੀ। ਸੋ ਅੱਜ ਗੱਲਬਾਤ ਇਹਨਾਂ ਨਾਲ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਕੀਤਾ ਤੇ ਜ਼ਿੰਦਗੀ ਸਰ ਕਰਦੇ ਹੋਏ ਇਸ ਉਮਰ ਦੇ ਵਿੱਚ ਆ ਕੇ ਇਹਨਾਂ ਨੇ ਉਹ ਸਾਰੀਆਂ ਚੀਜ਼ਾਂ ਮੁਕੰਮਲ ਕੀਤੀਆਂ ਜੋ ਇਹਨਾਂ ਨੇ ਬਚਪਨ ਦੇ ਵਿੱਚ ਸੁਪਨਾ ਦੇਖਿਆ ਸੀ। ਪਰਵਿੰਦਰ ਕੌਰ ਜੀ, ਸਭ ਤੋਂ ਪਹਿਲਾਂ ਤਾਂ ਥੋੜਾ ਜਿਹਾ ਤੁਹਾਡਾ ਪਿਛੋਕੜ, ਕਿਉਂਕਿ ਮੇਰੇ ਲਈ ਬੜੀ ਇਹ ਖਾਸ ਗੱਲ ਹੈ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਤੁਸੀਂ ਹੱਥਾਂ ਨਾਲ ਲਿਖਿਆ, 2012 ਦੇ ਵਿੱਚ ਉਹ ਕੰਪਲੀਟ ਹੋਇਆ। ਉਹ ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਵੀ ਇੱਕ ਲੰਬਾ ਸਫ਼ਰ ਰਿਹਾ ਹੋਣਾ। ਕਿਵੇਂ ਬਚਪਨ ਤੋਂ ਕਿਵੇਂ ਸ਼ੁਰੂਆਤ ਹੋਈ? ਕੀ ਬਚਪਨ ਤੋਂ ਹੀ ਇਹ ਸ਼ੌਂਕ ਸੀਗਾ ਕਿ ਮੈਂ ਕੁਛ ਨਾ ਕੁਛ ਕਰਕੇ ਦਿਖਾਣਾ? ਹਰਪ੍ਰੀਤ ਜੀ, ਸਭ ਤੋਂ ਪਹਿਲੇ ਮੈਂ ਬੋਲਣਾ ਚਾਹਾਂਗੀ ਕਿ ਤੁਸੀਂ ਸਵਾਲ ਜਵਾਬ ਕਰੋ ਜੀ ਕਿ ਹਰਪ੍ਰੀਤ ਕਿਸੇ ਵੀ ਤਾਰੀਫ ਦੀ ਮੁਹਤਾਜੀ ਦੇ ਮੁਹਤਾਜ ਨਹੀਂ ਹਨ। ਥੈਂਕ ਯੂ ਜੀ, ਥੈਂਕ ਯੂ। ਹਰਪ੍ਰੀਤ ਖੁਦ ਇੱਕ ਤਾਰੀਫ ਹੈ ਔਰ ਤੁਸੀਂ ਤੇ ਉਸ ਬਾਗ ਦੇ ਫੁੱਲ ਹੋ ਜਿਹਦੀ ਮੈਂ ਆਪਣੇ ਆਸ-ਪਾਸ ਵਾਲਿਆਂ ਨੂੰ ਮਹਿਕਾ ਦੇਣੀ ਹੈ। ਥੈਂਕ ਯੂ ਜੀ, ਥੈਂਕ ਯੂ। ਮੈਂ ਤਾਂ ਐਂ ਲੱਗਾ ਮੇਰਾ ਪੋਡਕਾਸਟ ਹੈ। ਜੀ, ਹੁਣ ਮੈਂ ਆਪਣਾ ਦੱਸਦੀ ਹਾਂ ਪਿਛੋਕੜ ਕਿ ਮੈਂ ਆਗਰਾ ਦੀ ਰਹਿਣ ਵਾਲੀ ਹਾਂ। ਅੱਛਾ। ਔਰ ਸਕੂਲ ਕਾਲਜ ਸਭ ਉੱਥੇ ਹੀ ਹੋਇਆ। ਔਰ ਪੰਜਾਬੀ ਆਫ ਕੋਰਸ, ਗੁਰਮੁਖੀ ਮੈਨੂੰ ਬਿਲਕੁਲ ਵੀ ਨਹੀਂ ਆਉਂਦੀ ਸੀ। ਯੈਸ, ਪੜ੍ਹਨੀ ਆਉਂਦੀ ਸੀ। ਉਹ ਟਾਈਮ ਸੀ ਕਿ ਜਦੋਂ ਸਾਡੇ ਪੇਰੈਂਟਸ ਜਦ ਤੱਕ ਅਸੀਂ ਪਾਠ ਨਹੀਂ ਕਰਦੇ ਸੀ ਨਾ, ਸਾਨੂੰ ਪ੍ਰਸ਼ਾਦਾ ਨਹੀਂ ਛਕਣ ਦਿੰਦੇ ਸਨ। ਤਾਂ ਉਸ ਵਕਤ ਪਾਠ ਦਾ ਮਤਲਬ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਅਸੀਂ ਫਟਾਫਟ ਪਾਠ ਕਰਨਾ ਔਰ ਪ੍ਰਸ਼ਾਦਾ ਰੂਟੀਨ ਜੀ ਸੀ ਕਿ ਰੋਟੀ ਤਾਂ ਹੀ ਮਿਲਣੀ ਹੈ, ਫਟਾਫਟ ਪਾਠ ਕਰ ਲਓ। ਬਿਲਕੁਲ, ਔਰ ਇਹ ਹਕੀਕਤ ਹੈ ਕਿ ਤਾਂ ਹੀ ਮਿਲਦੀ ਸੀ। ਔਰ ਉਸ ਤੋਂ ਬਾਅਦ ਮੈਂ ਇੱਕ ਅੱਛੀ ਐਥਲੀਟ ਸੀ। ਸਕੂਲ ਟਾਈਮ ਤੇ ਮੈਂ ਅੱਛੀ ਐਥਲੀਟ ਸੀ ਔਰ ਰੋਜ਼ ਸਟੇਡੀਅਮ ਜਾਣਾ। ਔਰ ਇੱਕ ਵਾਰ ਸਾਡੇ ਆਗਰਾ ਜ਼ੋਨ ਦਾ ਕੰਪੀਟੀਸ਼ਨ ਸੀ, ਸਿਲੈਕਸ਼ਨ ਸੀ ਜੀ, ਉਹਦੇ ਵਿੱਚ ਮੈਂ ਵੀ ਸਿਲੈਕਟ ਹੋਈ ਸੀ। ਮੈਂ 4 ਇਵੈਂਟਸ ਤੇ ਪਾਰਟਿਸਿਪੇਟ ਕੀਤਾ ਸੀ ਔਰ ਆਪਣੀ ਕਾਲੋਨੀ ਔਰ ਪੇਰੈਂਟਸ ਸਭ ਨੂੰ ਸਟੇਡੀਅਮ ਬੁਲਾਇਆ ਹੋਇਆ ਸੀ। ਜਦੋਂ ਮੈਂ ਸਾਡਾ ਇਵੈਂਟਸ ਹੋ ਗਏ, 4 ਵਿੱਚੋਂ 3 ਵਿੱਚ ਮੈਂ 골ਡ ਮੈਡਲਿਸਟ ਆਇਆ ਔਰ ਫਿਰ ਮੈਂ ਦੌੜ ਕੇ ਨਾ ਆਪਣੇ ਪੇਰੈਂਟਸ ਕੋਲ ਗਈ ਸੀ ਵੀ ਸਭ ਤੋਂ ਪਹਿਲੇ ਵੀ ਪੇਰੈਂਟਸ ਬਹੁਤ ਖੁਸ਼ ਹੋਣਗੇ। ਤੇ ਮੈਂ ਜਿਉਂ ਹੀ ਉਹਨਾਂ ਦੇ ਕੋਲ ਪਹੁੰਚੀ ਤੇ ਮੇਰੇ ਪਾਪਾ ਤੇ ਬਹੁਤ ਖੁਸ਼ ਹੋਏ। ਉਹਨਾਂ ਨੇ ਹੱਕ ਕੀਤਾ, ਮੇਰੇ ਸਿਰ ਤੇ ਹੱਥ ਰੱਖਿਆ, ਅਸੀਸ ਦਿੱਤੀ। ਪਰ ਮੰਮਾ ਦੀ ਲੁੱਕ ਦੇਖਣ ਵਾਲੀ ਸੀ, ਗੁੱਸੇ ਨਾਲ ਦੇਖ ਰਹੇ ਸੀ। ਤੋ ਮੈਂ ਇਸ ਤਰ੍ਹਾਂ ਕਰਕੇ ਇਸ਼ਾਰਾ ਕਰਕੇ ਉਹਨਾਂ ਕੋਲ ਪੁੱਛਿਆ ਤੇ ਆਈ ਡੋਂਟ ਨੋ ਹਰਪ੍ਰੀਤ ਜੀ, ਹੁਣ ਮੈਂ ਜੋ ਉਹਨਾਂ ਦੇ ਵਰਡ ਸਨ, ਹੁਣ ਉਸ ਦੁਨੀਆ ਵਿੱਚ ਨਹੀਂ ਹੈ। ਮੈਂ ਦੱਸਦੀ ਹਾਂ ਤੁਹਾਨੂੰ। ਮੰਮਾ ਨੇ ਮੈਨੂੰ ਇਹ ਕਿਹਾ ਕਿ ਮਾਂ ਮੋਈ ਘਰੂ ਤੇ ਜੀਨਸਾਂ ਪਾ ਕੇ ਆਉਂਦੀਆਂ ਤੇ ਇੱਥੇ ਨਿਕਰਾਂ ਪਾ ਕੇ ਤੂੰ ਦੌੜਦੀ ਹੈ। ਸੋ ਉਹ ਵਕਤ ਸੇ ਹਰਪ੍ਰੀਤ ਜੀ ਅਸੀਂ ਆਪਣੇ ਪੇਰੈਂਟਸ ਨੂੰ ਕਦੇ ਵੀ ਪਲਟ ਕੇ ਜਵਾਬ ਨਹੀਂ ਦਿੰਦੇ ਸੀ। ਇੱਕ ਡਰ, ਇੱਕ ਰੈਸਪੈਕਟ ਹੈ ਸੀ, ਹੈ ਨਾ। ਤੇ ਉਹ ਮੇਰਾ ਆਖਰੀ ਦਿਨ ਸੀ ਸਟੇਡੀਅਮ ਦਾ। ਮੈਨੂੰ ਉਸ ਤੋਂ ਬਾਅਦ ਬਿਲਕੁਲ ਵੀ ਸਟੇਡੀਅਮ ਜਾਣ ਨਹੀਂ ਦਿੱਤਾ ਗਿਆ। ਜੋ ਮੈਂ ਸੋਚਦੀ ਸੀ ਕਿ ਮੈਂ ਸ਼ਾਇਦ ਵੱਡੀ ਹੋ ਕੇ ਇੱਕ ਅੱਛੀ ਐਥਲੀਟ ਬਣਾਂਗੀ, ਜੋ ਬੀਜ ਬੋਣਾ ਸੀ ਨਾ ਉੱਥੇ ਹੀ ਰਹਿ ਗਿਆ। ਉਸ ਤੋਂ ਬਾਅਦ ਕਾਲਜ ਲਾਈਫ, ਯੈਸ, ਮੈਂ ਇੱਕ ਅੱਛੀ ਕਹਿ ਸਕਦੀ ਹਾਂ ਕਿ ਆਰਟਿਸਟ, ਮਤਲਬ ਜੋ ਆਪਣੇ ਏਜ ਦੇ ਹਿਸਾਬ ਨਾਲ ਅੱਛੀ ਸੀ ਮੈਂ, ਲੇਕਿਨ ਪ੍ਰੋਪਰ ਟ੍ਰੇਨਿੰਗ ਵਗੈਰਾ ਜਿਸ ਤਰ੍ਹਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਅਗਰ ਬੱਚੇ ਜ਼ਰਾ ਜਿਹਾ ਖੜੇ ਹੋਣਗੇ ਔਰ ਪੈਰ ਟੇੜਾ ਵੇੜਾ ਕਰ ਲੈਣਗੇ ਨਾ ਤੇ ਪੇਰੈਂਟਸ ਨੇ ਉਹਨਾਂ ਨੂੰ ਡਾਂਸ ਕਲਾਸਿਸ ਜੁਆਇਨ ਕਰਾ ਦੇਣੀਆਂ ਵੀ ਸਾਡਾ ਬੱਚਾ ਹੈ ਨਾ। ਹਾਂ, ਤਾਂ ਉਸ ਟਾਈਮ ਤੇ ਇਸ ਤਰ੍ਹਾਂ ਦੀ ਕੋਈ ਟ੍ਰੇਨਿੰਗ, ਪ੍ਰੋਫੈਸ਼ਨਲ ਟ੍ਰੇਨਿੰਗ ਲਈ ਬਿਲਕੁਲ ਵੀ ਨਹੀਂ। ਤਾਂ ਯੈਸ, ਮੈਨੂੰ ਪਤਾ ਸੀ ਕਿ ਮੈਂ ਕੁਝ ਕਰ ਸਕਦੀ ਹਾਂ। ਮੈਨੂੰ ਵਿਸ਼ਵਾਸ ਸੀ ਆਪਣੇ ਉੱਤੇ, ਅੰਦਰੋਂ ਇੱਕ ਹੁੰਦਾ ਸੀ ਕਿ ਬੱਬਲ ਕੁਝ ਕਰ ਸਕਦੀ ਆ ਤੂੰ, ਬਟ ਉਹ ਮੇਰੇ ਕੋਲ ਨਾ ਹੋ ਨਹੀਂ ਪਾ ਰਿਹਾ ਸੀ, ਹੁੰਦਾ ਨਹੀਂ ਸੀ, ਪਰ ਵਿਸ਼ਵਾਸ ਸੀ ਮੈਨੂੰ ਆਪਣੇ ਉੱਤੇ। ਪਰ ਤੁਸੀਂ ਡਰਾਇੰਗ ਵਗੈਰਾ, ਪੇਂਟਿੰਗ ਵਗੈਰਾ ਉਦੋਂ ਕਾਲਜ ਟਾਈਮ ਤੁਸੀਂ ਸ਼ੁਰੂ ਕਰਤਾ ਸੀ? ਬਿਲਕੁਲ ਕਰਤਾ। ਪ੍ਰੋਫੈਸ਼ਨਲ ਨਹੀਂ ਕੀਤਾ, ਆਪਣੇ ਲਈ ਕਰਦੇ ਰਹਿੰਦੇ ਸੀ? ਹਾਂਜੀ, ਆਪਣੇ ਲਈ, ਬਿਲਕੁਲ। ਲੈਂਡਸਕੇਪ ਜਿੱਥੇ ਵੀ ਹੋਇਆ ਬੈਠ ਗਈ, ਤਾਂ ਵੀ ਮੰਮਾ ਕੋਲ ਡਾਂਟ ਪੈਂਦੀ ਸੀ, ਚਾਹੇ ਉਹ ਬੈੱਡ ਕਵਰ ਹੋਏ, ਚਾਹੇ ਉਹ ਪਿਲੋ ਕਵਰ ਹੋਏ, ਚਾਹੇ ਕੁਝ ਹੋਏ, ਮੈਂ ਲੱਗੀ ਰਹਿੰਦੀ ਸੀ। ਹਾਂ, ਫਿਰ ਜਦੋਂ ਤੁਹਾਡੀ ਮੈਰਿਜ ਹੋ ਗਈ ਹੈ ਨਾ ਜੀ, ਕਿਉਂਕਿ ਜਿਵੇਂ ਮੈਂ ਸ਼ੁਰੂਆਤ ਵਿੱਚ ਕਿਹਾ ਕਿ ਦਿਲ ਦੇ ਵਿੱਚ ਅਰਮਾਨ ਤਾਂ ਰਹਿੰਦਾ ਹੀ ਹੈ ਕਿ ਯਾਰ ਮੈਂ ਇਹ ਕਰ ਨਹੀਂ ਪਾਇਆ, ਫਿਰ ਉਹ ਅਰਮਾਨ ਨਾਲ ਚੱਲਦੇ ਰਹੇ, ਸੁਪਨੇ ਨਾਲ ਚੱਲਦੇ ਰਹੇ? ਬਿਲਕੁਲ ਚੱਲਦੇ ਰਹੇ ਹਰਪ੍ਰੀਤ ਜੀ, ਕਿਉਂਕਿ ਉਹ ਬੀਜ ਮੇਰਾ ਹਾਲੇ ਵੀ ਨਹੀਂ ਬੋਨ ਹੋ ਰਿਹਾ ਸੀ। ਅੰਦਰੋਂ ਟੀਸ ਪੈਂਦੀ ਸੀ ਕਿ ਯੈਸ ਬੱਬਲ ਕੁਝ ਤੇ ਕਰ ਸਕਦੀ ਹੈ। ਉਸ ਤੋਂ ਬਾਅਦ ਵਿਆਹ ਹੋ ਗਿਆ ਜੀ। ਵਿਆਹ ਵੀ ਬਹੁਤ ਜਲਦੀ 20 ਸਾਲ ਦੀ ਏਜ ਵਿੱਚ ਮੇਰੀ ਮੈਰਿਜ ਹੋ ਗਈ ਸੀ। ਔਰ ਵਿਆਹ ਤੋਂ ਬਾਅਦ ਫਿਰ ਆਰਮੀ ਬੈਕਗ੍ਰਾਉਂਡ, ਪੋਸਟਿੰਗਸ ਇੱਧਰ ਉੱਧਰ, ਦੈਨ ਬੱਚੇ, ਫਿਰ ਬੱਚੇ ਵੱਡੇ ਹੋਏ। ਤੁਹਾਡੇ ਹਸਬੰਡ ਆਰਮੀ 'ਚ ਸੀ? ਮੇਰੇ ਹਸਬੰਡ ਆਰਮੀ ਤੇ ਕਰਨਲ। ਹਾਂਜੀ,
ਹੁਣ ਉਹ ਇਸ ਦੁਨੀਆ ਵਿੱਚ ਨਹੀਂ ਹੈ, ਉਹਨਾਂ ਦੀ ਡੈਥ ਹੋ ਚੁੱਕੀ ਹੈ। ਆਮ ਸੌਰੀ। ਤੋ ਬੱਚੇ ਜਦੋਂ ਹੌਸਟਲ ਵਿੱਚ ਸਨ, ਮੇਰੇ ਹਸਬੈਂਡ ਰਿਟਾਇਰਮੈਂਟ ਤੇ ਹੀ ਹੋਣ ਵਾਲੇ ਸੀ ਰਿਟਾਇਰ, ਤੇ ਉਹਨਾਂ ਦੀ ਤਬੀਅਤ ਕਾਫੀ ਖਰਾਬ ਹੋ ਗਈ ਸੀ। ਉਹਨਾਂ ਨੂੰ ਪਾਰਕਿੰਸਨਸ ਹੋ ਗਿਆ ਸੀ, ਔਰ ਜੋ ਲਾਇਲਾਜ ਬਿਮਾਰੀ, ਮੈਨੂੰ ਇੱਕ ਵਾਰ ਡਾਕਟਰ ਸਾਹਿਬ ਨੇ ਬੋਲ ਦਿੱਤਾ ਸੀ ਕਿ ਮੈਡਮ ਇਹਨਾਂ ਦੀ ਬਿਮਾਰੀ ਲਾਇਲਾਜ ਹੈ, ਪਾਰਕਿੰਸਨਸ ਦਾ ਕੋਈ ਇਲਾਜ ਨਹੀਂ ਹੈ। ਮਤਲਬ ਜਿਤਨੀ ਤੁਸੀਂ ਇਹਨਾਂ ਦੀ ਕੇਅਰ ਕਰੋਗੇ, ਲਾਈਫ ਉਨੀ ਇਹ ਜੀ ਸਕਣਗੇ ਅੱਛੀ ਤਰੀਕੇ ਨਾਲ। ਦੈਨ ਮੇਰੇ ਨਾਲ ਮਤਲਬ ਸਾਡੇ ਮੰਮਾ ਮਦਰ ਇਨ ਲਾ, ਉਹ ਵੀ ਹੈਂਡੀਕੈਪ ਸਨ, ਉਹਨਾਂ ਨੂੰ ਵੀ ਪੈਰਾਲਿਟਿਕ ਅਟੈਕ ਹੋਇਆ ਸੀ। ਘਰ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਹੀ ਆ ਗਈ। ਮੇਰੇ ਉੱਤੇ, ਕਿਉਂਕਿ ਬੱਚੇ ਹੌਸਟਲ ਤੇ ਸਨ, ਪੜ੍ਹਦੇ ਸੀ। ਤੋ ਮੈਂ ਮਤਲਬ ਚਲੋ ਮੈਂ ਮੰਨਦੀ ਹਾਂ ਕਿ ਇਹ ਵੀ ਸੇਵਾ ਹੈ, ਬਿਲਕੁਲ ਸੇਵਾ ਹੈ ਨਾ। ਗੁਰੂ ਮਹਾਰਾਜ ਉਸ ਵਕਤ ਨਾ ਮੈਨੂੰ ਕਹਿ ਲਓ ਕਿ ਕੰਡਿਆਂ ਵਿੱਚੋਂ ਕੱਢਦੇ ਪਏ ਸੀ, ਹੌਲੀ 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 ਸਟੈਪ ਹੈ ਨਾ, ਜੋ ਸਾਨੂੰ ਸਮਝ ਨਹੀਂ ਲੱਗਦਾ ਸੀ। ਸੋ ਫਿਰ ਪਰ ਕਦੇ ਮਨ ਤੁਹਾਡਾ ਡੋਲਿਆ ਨਹੀਂ ਕਿ ਯਾਰ ਕੀ ਲਾਈਫ ਹੈ, ਹਸਬੈਂਡ ਵੀ ਬੈੱਡ ਤੇ, ਮਦਰ ਇਨ ਲਾ ਵੀ ਬੈੱਡ ਤੇ, ਬੱਚੇ ਹੋਸਟਲ ਪੇ ਹੈ, ਇਕੱਲੇ ਤੁਸੀਂ, ਕਦੇ ਮਨ ਦੇ ਵਿੱਚ ਆਇਆ ਨਹੀਂ ਕਿ ਕਿਉਂ ਰੱਬ ਨੇ ਮੇਰੇ ਨਾਲ ਐਵੇਂ ਕੀਤਾ? ਹਰਪ੍ਰੀਤ ਜੀ ਆਇਆ, ਬਿਲਕੁਲ ਆਇਆ। ਇੱਕ ਟਾਈਮ ਇਸ ਤਰ੍ਹਾਂ ਆ ਰਿਹਾ ਸੀ, ਸ਼ਾਇਦ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਮੇਰੀ ਲਾਈਫ ਦਾ ਟਰਨਿੰਗ ਪੁਆਇੰਟ ਸੀ। ਇੱਕ ਵਾਰ ਰਾਤ ਨੂੰ, ਇਹ ਅਪ੍ਰੈਲ 2010 ਦੀ ਗੱਲ ਹੈ, ਮੈਂ ਆਪਣੇ ਰੂਮ ਤੇ ਸੁੱਤੀ ਲੇਟੀ ਹੋਈ ਸੀ। ਮੇਰੇ ਰੂਮ ਤੇ ਸਾਹਮਣੇ ਗੁਰੂ ਨਾਨਕ ਦੇਵ ਜੀ, ਬਾਲਾ ਜੀ, ਮਰਦਾਨਾ ਜੀ ਦੀ ਪੇਂਟਿੰਗ ਜੋ ਮੈਂ ਖੁਦ ਬਣਾਈ ਹੋਈ ਆ, ਉਹ ਲੱਗੀ ਹੋਈ ਸੀ। ਅੱਛਾ। ਉਸ ਰਾਤ ਮੈਨੂੰ ਇਤਨਾ ਵਿਰਾਗ ਆਇਆ ਹਰਪ੍ਰੀਤ ਜੀ, ਇਤਨਾ ਜ਼ਿਆਦਾ ਕਿ ਰਾਤ ਦੇ 10 ਤੋਂ ਲੈ ਕੇ ਨਾ 2, ਸਵਾ 2 ਤੱਕ ਮੇਰੇ ਆंसू रुके नहीं बिल्कुल। और आखिर हार के ना मैं फिर वाहिगुरु जी ਨੂੰ ਬੋਲਿਆ, ਮੈਂ ਕਿਹਾ ਵਾਹਿਗੁਰੂ ਜੀ, ਜਾਂ ਤੇ ਤੁਸੀਂ ਮੇਰੇ ਕੋਲ ਆ ਜਾਓ ਜਾਂ ਮੈਨੂੰ ਆਪਣੇ ਕੋਲ ਬੁਲਾ ਲਓ। ਬਹੁਤ ਮਤਲਬ ਇਸ ਤਰ੍ਹਾਂ ਕਹਿ ਲਓ ਕਿ ਸ਼ਾਇਦ ਉਹਨਾਂ ਨੂੰ ਵੀ ਤਰਸ ਆ ਗਿਆ ਸੀ ਮੇਰੇ ਉੱਤੇ। ਔਰ ਹਰਪ੍ਰੀਤ ਜੀ, ਉਸ ਪੇਂਟਿੰਗ ਦੇ ਨਾ ਉੱਤੇ ਇੱਕਦਮ ਰੋਸ਼ਨੀ ਜੀ ਆਈ। ਅੱਛਾ। ਇੱਕਦਮ ਰੋਸ਼ਨੀ, ਉਹ ਚਮਕਣ ਲੱਗੀ ਮੇਰੀ ਫੋਟੋ ਮਹਾਰਾਜ ਦੀ। ਔਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਬੁੱਲ ਹਿੱਲੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਸਤ ਲਿਖਤ ਸੇਵਾ ਕਰਨੀ ਹੈ। ਮੈਂ ਉਹਨਾਂ ਨੂੰ ਬੋਲ ਰਹੀ ਸੀ ਕਿ ਵਾਹਿਗੁਰੂ ਜੀ, ਮੈਨੂੰ ਤੇ ਪੰਜਾਬੀ ਆਉਂਦੀ ਨਹੀਂ, ਗੁਰਮੁਖੀ ਲਿਖਣੀ ਨਹੀਂ ਆਉਂਦੀ। ਉਹਨਾਂ ਨੇ ਬੋਲਿਆ ਕਿ ਲਿਖੋਗੇ ਤੁਸੀਂ, ਲਿਖਵਾਵਾਂਗੇ ਅਸੀਂ। ਬਸ ਉਸ ਤੋਂ ਬਾਅਦ ਉਹ ਸ਼ਾਂਤ ਹੋ ਗਏ, ਫੋਟੋ ਸ਼ਾਂਤ ਹੋ ਗਈ, ਔਰ ਇੱਕ ਲਾਈਟ ਬਲੂ ਕਲਰ ਦੀ ਮੇਰੇ ਇੱਧਰ ਟੱਚ ਕੀਤੀ, ਦੂਸਰੀ ਬਲੂ ਲਾਈਟ ਪਿੱਛੋਂ ਘੁੰਮ ਕੇ ਹਰਪ੍ਰੀਤ ਜੀ ਇੱਧਰ ਟੱਚ ਕੀਤੀ। ਉਹ ਟੱਚ ਕਰਦੇ ਹੀ ਮੈਨੂੰ ਇਤਨਾ ਤੇਜ਼, ਮੈਂ ਕੰਬਣ ਲੱਗ ਗਈ। इतना तेज मैंने फीवर हो गया विदिन अ मिनट। देखते देखते मैं बुखार नाल मैं उठ के बैठ गई, और शायद वो ताप महाराज दा मैं सह नहीं सकी सी। रोंगटे खड़े हो रहे हैं थोड़ी गल्लां सुन के। तो उस तो बाद मैं ਹੁਣ ਦੇਖ ਰਹੀ ਸੀ ਕਿ ਮੈਂ 2:30 ਵਜੇ, ਪੌਣੇ 3 ਵਜੇ ਮੰਮਾ ਨੂੰ ਕਿਸ ਤਰ੍ਹਾਂ ਫੋਨ ਕਰਾਂ, ਸੁੱਤੇ ਹੋਣੇ। ਬਟ ਮਾਰਨਿੰਗ, ਅਰਲੀ ਮਾਰਨਿੰਗ 4 ਵਜੇ ਮੈਂ ਉਹਨਾਂ ਨੂੰ ਕਾਲ ਕੀਤਾ, ਆਪਣੇ ਪੇਰੈਂਟਸ ਨੂੰ, ਮੰਮਾ ਨੂੰ। ਪਹਿਲੇ तो डर गए भी गुरबीर जी ठीक होने से ही है ना, डर ज़्यादा मंदा रात ਨੂੰ फ़ोन इस तरह आए थे। तो मैं उन्होंने बोलिया, मैं क्या मम्मा जी इस तरह मैनू आज महाराज ने दर्शन दिते हैं और गुरु ग्रंथ साहब लिखण वास्ते उन्होंने हुक्म किया है। मेरी मम्मा ने पहली गल ये बोली कि बेटा जदों आसमान बहुत काला होंदा है ना, ते तारियां दी चमक उतनी तेज़ होंदी है। क्या बात, बिल्कुल। ते दुनिया दा ऐसा कोई काम नहीं है जो मेरा बेटा नहीं कर सकता। ਤੁਹਾਨੂੰ ਬੇਟਾ ਕਹਿੰਦੇ ਸੀ? ਮੈਨੂੰ ਉਹ ਹਮੇਸ਼ਾ ਬੇਟਾ ਕਰਕੇ ਬੁਲਾਤੇ ਸੀ। ਸੋ ਫਿਰ ਉਸ ਗੱਲ ਨੂੰ ਉਹਨਾਂ ਨੇ ਪੂਰਾ ਮੇਰਾ ਸਾਥ ਦਿੱਤਾ। ਫਿਰ ਤੁਹਾਡਾ ਕੰਮ ਸ਼ੁਰੂ ਹੋਇਆ ਜੀ। ਪਰ ਇੱਕ ਗੱਲ ਅੱਗੇ ਵਧਣ ਤੋਂ ਪਹਿਲਾਂ, ਗੁਰਬਾਣੀ ਦੇ ਵਿੱਚ ਵੀ ਆਂਦਾ ਹੈ, ਆਪਾਂ ਵੱਖ-ਵੱਖ ਚਰਚਾਵਾਂ ਵੀ ਕਰਦੇ ਹਾਂ ਕਿ ਗੁਰਸਿੱਖੀ ਦੇ ਸਿਧਾਂਤਾਂ ਦੇ ਵਿੱਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ, ਐਦਾਂ ਕੁਝ ਵੀ ਨਹੀਂ ਹੁੰਦਾ। ਪਰ ਜੋ ਤੁਹਾਡੇ ਨਾਲ ਹੋਇਆ ਉਹ ਕੀ ਸੀ? ਫਿਰ ਉਹ ਵਿਸ਼ਵਾਸ ਸੀ, ਕੀ ਸੀ ਉਹ? ਹਰਪ੍ਰੀਤ ਜੀ, ਮੈਂ ਇੱਕ ਗੱਲ ਜ਼ਰੂਰ ਬੋਲਣਾ ਚਾਹਾਂਗੀ ਕਿ ਵਿਸ਼ਵਾਸ ਕਦੇ ਵੀ ਚਮਤਕਾਰਾਂ ਦੀ ਸਾਂਝ ਨਹੀਂ ਕਰਦਾ, ਕਦੇ ਨਹੀਂ ਮੰਨਦਾ। ਬਟ ਮੇਰੀ ਲਾਈਫ ਤੇ ਇਸ ਤਰ੍ਹਾਂ ਹੋਇਆ। ਮੈਂ ਮੰਨਦੀ ਹਾਂ ਕਿ ਕਦੇ ਵੀ ਚਮਤਕਾਰਾਂ ਦੀ ਰਾਹ ਨਹੀਂ ਹੈ ਵਿਸ਼ਵਾਸ ਨਾਲ, ਬਟ ਮੈਂ ਇਹ ਮੰਨਦੀ ਹਾਂ ਕਿ ਮੈਨੂੰ ਵਿਸ਼ਵਾਸ ਦੇ ਕਾਰਨ ਮੇਰੀ ਲਾਈਫ ਤੇ ਚਮਤਕਾਰ ਹੋਇਆ। ਇਹ ਚਮਤਕਾਰ ਹੀ ਸੀ। ਹੁਣ ਮੈਨੂੰ ਵੀ ਸੋਚ ਕੇ ਰੋਂਗਟੇ ਮੇਰੇ ਵੀ ਖੜੇ ਹੋ ਰਹੇ ਆ ਕਿ ਇਹ ਬਿਲਕੁਲ ਚਮਤਕਾਰ ਸੀ, क्योंकि जिस बच्चे ਨੂੰ ਗੁਰਮੁਖੀ नहीं आती, महाराज ने वो सेवा लगाई है, तो कुछ तो उन्होंने भी सोचा होना।
ਕਿਉਂਕਿ ਮੈਂ ਬਹੁਤ ਪਰੇਸ਼ਾਨ ਸੀ, ਬਹੁਤ ਪਰੇਸ਼ਾਨ ਸੀ, ਬਹੁਤ ਮਤਲਬ ਕਿ ਇੱਕ ਕੱਲਾਪਨ। ਰਾਹ ਮਿਲ ਗਿਆ ਤੁਹਾਨੂੰ, ਹੈ ਰਾਹ ਨਾ, ਮਿਲ ਗਿਆ। ਆਪਣਾ ਫੋਕਸ ਕਰਨ ਦਾ ਰਾਹ ਤੁਹਾਨੂੰ ਜਿਹੜਾ ਬਿਲਕੁਲ, ਗੁਰੂ ਉਹ ਸਾਹਿਬ ਨੇ ਬੀਜ ਜਿਹੜਾ ਸੀ ਨਾ, ਜਿਹੜਾ ਮੇਰਾ ਪਹਿਲੇ 2 ਵਾਰ ਨਹੀਂ ਬੋਇਆ ਗਿਆ ਨਾ, ਉਹ ਮਹਾਰਾਜ ਨੇ ਖੁਦ ਆ ਕੇ ਬੋਲਿਆ। ਫਿਰ ਸ਼ੁਰੂ ਕਿਵੇਂ ਹੋਇਆ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਆਪਣੇ ਆਪ ਦੇ ਵਿੱਚ ਮਤਲਬ ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਤੇ ਸਭ ਤੋਂ ਸੰਤੁਸ਼ਟੀ ਵਾਲਾ ਕੰਮ। ਇੱਕ ਗੱਲ ਮੈਂ ਜ਼ਰੂਰ ਦੱਸਾਂਗੀ ਕਿ ਸ਼ਾਇਦ ਮੈਨੂੰ ਘਬਰਾਹਟ ਕਦੀ ਵੀ ਨਹੀਂ ਹੋਈ ਸੀ, ਅੱਛਾ, ਕਿਉਂਕਿ ਮੈਨੂੰ ਵਿਸ਼ਵਾਸ ਸੀ ਔਰ ਇਹ ਮਹਾਰਾਜ ਨੇ ਸੇਵਾ ਲਗਾਈ ਹੈ, ਸੋ ਮੈਂ ਬੇਫਿਕਰ ਸੀ ਕਿ ਉਹਨਾਂ ਨੇ ਹੀ ਕਰਨਾ ਹੈ। ਕਿਉਂਕਿ ਮਰਿਆਦਾ ਰਹਿਤ ਇਹ ਸਾਰੀਆਂ ਚੀਜ਼ਾਂ ਬਾਰੇ ਸ਼ਾਇਦ ਤੁਹਾਨੂੰ ਨਾ ਵੀ ਪਤਾ ਹੋਵੇ ਪਹਿਲਾਂ। ਬਿਲਕੁਲ ਵੀ ਨਹੀਂ ਪਤਾ ਫਿਰ ਸੀ। ਕਿਵੇਂ ਤੁਸੀਂ ਸ਼ੁਰੂ ਕਿਵੇਂ ਕੀਤਾ ਹੈ? ਅਸੀਂ ਸ਼ੁਰੂ ਇਸ ਤਰ੍ਹਾਂ ਕੀਤਾ ਕਿ ਪਹਿਲੇ ਅਸੀਂ ਸਰਚ ਕੀਤਾ ਬਈ ਕਿਸਨੇ ਲਿਖਿਆ ਔਰ ਕਿੰਨਾ ਟਾਈਮ ਲੱਗਦਾ ਹੈ, ਕਿਉਂਕਿ ਮੈਨੂੰ ਕੋਈ ਆਈਡੀਆ ਨਹੀਂ ਸੀ ਵੀ ਕਿੰਨੇ ਸਾਲ ਲੱਗਣਗੇ, ਬਿਲਕੁਲ ਨਹੀਂ ਪਤਾ ਸੀ। ਜਦੋਂ ਸਰਚ ਕੀਤਾ ਤੇ ਕਿਸੇ ਨੇ 8-9 ਸਾਲ ਔਰ ਇੱਕ ਨੇ 14 ਸਾਲ ਇਸ ਤਰ੍ਹਾਂ ਕਰਕੇ ਲਏ ਸੀ। तो मैं अपने मन भी सोचती सी कि ठीक है उन्होंने 12-14 साल लिए हैं तो मैं 15 ले लांगी, कोई गल नहीं, बट बब्बल करेगी ते काम है ज़रूर। सो मैं मतलब फुल फ्लैज मैं खोज करनी शुरू कर दी थी बई पेपर पेन्स किस तरह यूज़ करना है, केड़ा यूज़ करना है। फिर तुसी पेपर कित्थों मंगाए? थोड़ा टेक्निकली दसो किवें चीज़ां होईयां सारियां? जी पेपर असी सर्च किया एक, क्योंकि मैं ड्राइंग एंड पेंटिंग ज़रूर करदी हाँ और मैनू पता सी कि पेपर इस तरह का यूज़ करना है जो पूरी लाइफ भी अगर महाराज का स्वरूप हो ना तो वो पीला ना पवे। अच्छा, हाँ पेपर दा कलर ना पीला जी, पवे। तो वो इटालियन बॉन्ड पेपर होंदा है और वो मेरा दिल्ली तो आया सी पेपर। अच्छा, हाँ, दिल्ली तो ਅਸੀਂ ਲੈ ਕੇ ਆਏ ਸੀ ਉਹ ਮਹਾਰਾਜ ਪੇਪਰ ਔਰ ਫਿਰ ਪੈਨ ਮੈਨੂੰ ਇਹ ਸੀ ਕਿ ਮੈਂ ਨਾਰਮਲ ਪੈਨ ਨਾਲ ਨਹੀਂ ਲਿਖਣਾ ਕਿਉਂਕਿ ਸਰੂਪ ਜਿੰਨੇ ਵੀ ਹੱਥ ਲਿਖੇ ਨਾ ਉਹ ਕਲਮ ਨਾਲ ਲਿਖੇ ਗਏ ਹੈ। तो कैलीग्राफी पेन जो है वो लाइक कलम होंदा हाँ जी ते ਉਹ फिर यूज ਕੀਤਾ जी ਉਹ ਮੈਨੂਸਕ੍ਰਿਪਟ ਦੇ ਪੈਨ ਸਨ। ਪਰ ਮੈਨੂੰ ਇਹ ਦੱਸੋ, ਤੁਸੀਂ ਕਹਿ ਰਹੇ ਹੋ ਕਿ ਗੁਰਮੁਖੀ ਤੁਹਾਨੂੰ ਆਂਦੀ ਨਹੀਂ ਸੀ ਢੰਗ ਦੇ ਨਾਲ, ਫਿਰ ਤੁਸੀਂ ਗੁਰੂ ਮਹਾਰਾਜ ਦਾ ਸਰੂਪ ਕਿਵੇਂ ਲਿਖ ਲਿਆ? ਹਰਪ੍ਰੀਤ ਜੀ ਗੁਰਮੁਖੀ ਵਿੱਚ ਕੁਝ ਲਫ਼ਜ਼ ਇਸ ਤਰ੍ਹਾਂ ਦੇ ਸਨ ਜੋ ਮੈਨੂੰ ਲਿਖਣਾ ਹੀ ਨਹੀਂ ਆਉਂਦੇ ਸੀ। ਉਹ ਫਿਰ ਉਹ ਸਿੱਖੇ ਮੈਂ हाँ जी। और ये सारा काम आप जी मनोगे 1.5 महीने ਦੇ ਅੰਦਰ ਸਭ ਹੋ ਗਿਆ ਸੀ। ਪੇਪਰਸ ਵੀ ਆ ਗਏ ਸੀ, ਪੈਨਸ ਵੀ ਆ ਗਏ ਸੀ, ਦੈਨ ਪੈਨ ਦੇ ਅੰਦਰ ਇੰਕ ਵੀ ਬਹੁਤ ਸਾਰੀ ਇੰਕ ਪੌਟਸ ਲਿਆਈ ਸੀ। ਬਟ ਫਿਰ ਮੈਂ ਸੋਚਿਆ ਕਿ ਇੰਕ ਪੌਟ ਅਗਰ ਉਹਦੇ ਵਿੱਚ ਪੈਨ ਵਿੱਚ ਪਾਵਾਂਗੇ ਤੇ ਡ੍ਰੌਪ ਗਿਰ ਵੀ ਸਕਦੀ ਹੈ। ਦੈਨ ਸਰਚ ਕੀਤਾ, ਫਿਰ ਉਹ ਕਾਟਰਜਸ ਆਂਦੀਆਂ, ਫਿਰ ਉਹ ਮੰਗਵਾਈਆਂ ਇੰਗਲੈਂਡ ਤੋਂ। ਅੱਛਾ, ਹਾਂਜੀ, ਫਿਰ ਪੈਨ ਵੀ ਮੇਰੇ ਉੱਥੋਂ ਹੀ ਆਂਦੇ ਸੀ ਇੰਗਲੈਂਡ ਤੋਂ। ਵਾਹ ਕੀ ਬਾਤ। ਔਰ ਮਜ਼ੇ ਦੀ ਗੱਲ ਦੱਸਾਂਗੀ ਕਿ ਜਿਸ ਤਰ੍ਹਾਂ ਕਈ ਲੋਕਾਂ ਨੂੰ ਪਤਾ ਲੱਗ ਰਿਹਾ ਸੀ ਕਿ ਮੈਂ ਲਿਖ ਰਹੀ ਹਾਂ, ਤਾਂ ਹਰਪ੍ਰੀਤ ਜੀ ਤੁਸੀਂ ਯਕੀਨ ਕਰਨਾ ਕਿ किस तरह वो लोग मेरा पता लै लेंदे सी, फोन नंबर लै लेंदे सी, नहीं पता मैनू क्योंकि मैं अक्सर ये गल्लां छुपा के रखदी हाँ। और वो सेम मेरे को पुछदे सन कि तुसी केड़ा पेन यूज़ कर रहे हो, है ना, मैं उन्होंने दसती सी की है। और आप जी यकीन करना कि वो पेन लिया के ना मैनू गिफ्ट करदे सी कि मैडम जी एक अखर तुसी इस पेन नाल साडे लिख दो। क्या बात। ਵਿਸ਼ਵਾਸ ਤੇ ਅਕੀਦਾ ਬਹੁਤ ਵੱਡੀ ਚੀਜ਼ ਹੈ। ਬਿਲਕੁਲ ਬਿਲਕੁਲ। ਅੱਛਾ ਮੈਨੂੰ ਇਹ ਦੱਸੋ, ਜਦੋਂ ਗੁਰੂ ਮਹਾਰਾਜ ਦਾ ਸਰੂਪ ਤੁਸੀਂ ਸ਼ੁਰੂ ਕੀਤਾ ਲਿਖਣਾ ਜੀ, ਕੋਈ ਔਕੜ ਕੋਈ ਮੁਸ਼ਕਲ ਆਈ ਜਾਂ ਕੋਈ ਅਜਿਹਾ ਇਨਸੀਡੈਂਟ ਜਿਹੜਾ ਤੁਹਾਨੂੰ ਲੱਗਿਆ ਹੋਵੇ ਕਿ ਇਹ ਮੈਂ ਸ਼ਾਇਦ ਜਲਦਬਾਜ਼ੀ ਕਰ ਲਈ ਜਾਂ ਮੈਂ ਠੀਕ ਨਹੀਂ ਕਰ ਪਾ ਰਹੀ, ਕੁਛ ਇਦਾਂ ਦਾ ਇਨਸੀਡੈਂਟ ਹੋਇਆ? ਲਿਖਣਾ ਹਰਪ੍ਰੀਤ ਜੀ ਬਹੁਤ ਹੌਲੀ ਹੌਲੀ ਸ਼ੁਰੂ ਕੀਤਾ ਸੀ। ਹਾਂ, और मुश्किल नाल एक अंक भी नहीं हो पाता सी और एक गलती हो गई कोई भी तो फिर दोबारा लिखो, है ना। बट पेशेंस तो मेरे विच है, इस विच कोई शक नहीं है, पेशेंस बहुत है मेरे विच। मैं हार नहीं मनती सी, हमेशा अगे वधना चाहती सी कि हमेशा ये कहती सी कि ते पातशाह दा हुक्म है ना, आपे ही करवाएंगे। तो हरप्रीत जी इस तरह एक कोतक होर होया कि मैं महाराज दा स्वरूप लिख रही सी, मेरे 40 अंक हो गए सन। अच्छा, है ना जी। तो 40 अंक तो बाद एक रात बाबा बुड्ढा जी ने मैनू सपने विच आए। अच्छा, हाँ जी। ते उन्होंने मेरा पेन पकड़िया और पेन नाल मैनू लिखन पेपर विच लिख के दसिया कि बेटा जी तुसी बब्बा जड़ा ना वो गलत पा रहे हो। और हरप्रीत जी मैं क्योंकि बब्बा जो है वो कग्गा हिंदी दा होंदा ना, क्योंकि कग्गा ते बब्बा नेड़े तेड़े हैं। हाँ जी, है ना, उस तरह दा मैं पांदी सी।
ਜਦੋਂ ਮੈਂ ਉੱਠ ਕੇ ਦੇਖਿਆ, ਸਭ ਤੋਂ ਪਹਿਲੇ ਮੈਂ ਦੇਖਿਆ ਉਹ ਵਾਕਈ ਉਹ ਗਲਤ ਸੀ। 40 ਅੰਕ ਮੇਰੇ, ਬਟ ਮੈਂ ਹਿੰਮਤ ਨਹੀਂ ਹਾਰੀ, ਪੂਰਾ ਮਹਾਰਾਜ ਦਾ ਸਰੂਪ ਫਿਰ ਅਗਲੇ ਜਿਹੜੇ ਅੰਕ ਸਨ ਸਾਰੇ ਲਿਖੇ, ਔਰ ਪੂਰਾ ਸਮਾਪਤੀ ਤੋਂ ਬਾਅਦ ਮੈਂ ਉਹ 40 ਅੰਕ ਫਿਰ ਲਿਖੇ, ਦੁਬਾਰਾ ਲਿਖੇ। ਬੜਾ ਸਬਰ ਤੇ ਸੰਤੋਖ। ਮਤਲਬ ਦੇਖੋ, ਅਸੀਂ ਕਹਿੰਦੇ ਹਾਂ ਕਿ ਕੌਤਕ ਨਹੀਂ ਹੁੰਦੇ, ਇਹ ਕੌਤਕ ਨਹੀਂ ਤਾਂ ਹੋਰ ਕੀ ਹੈ। ਜੇ ਤੁਸੀਂ ਪੂਰੇ ਅੰਗ ਲਿਖ ਲੈਂਦੇ, ਬੱਬਾ ਤੁਹਾਡਾ ਗਲਤ ਹੀ ਰਹਿੰਦਾ, ਫਿਰ ਕਿੰਨਾ ਮੁਸ਼ਕਲ ਹੋਇਆ। ਬਿਲਕੁਲ ਜੀ, 40 ਅੰਕ ਤੋਂ ਬਾਅਦ ਹੀ ਤੁਹਾਨੂੰ ਗੁਰੂ ਮਹਾਰਾਜ ਨੇ ਸੰਕੇਤ ਦੇ ਦਿੱਤਾ। ਬਿਲਕੁਲ ਹਰਪ੍ਰੀਤ ਜੀ, ਕਿਉਂਕਿ ਲਿਖਵਾ ਉਹੀ ਰਹੇ ਸਨ ਨਾ, ਹੈ ਨਾ, ਲਿਖਵਾ ਉਹੀ ਰਹੇ ਸਨ। ਅੱਛਾ, ਜਦੋਂ ਕੰਪਲੀਟ ਹੋ ਗਿਆ ਗੁਰੂ ਮਹਾਰਾਜ ਦਾ ਸਰੂਪ ਪੂਰਾ ਕੰਪਲੀਟ ਹੋ ਗਿਆ ਜੀ, ਉਸ ਤੋਂ ਬਾਅਦ ਫਿਰ ਇਹਦੀ ਸੁਧਾਈ ਜਾਂ ਵੀ ਤੁਸੀਂ ਕਿਤੇ ਕੋਈ ਗਲਤੀ ਤਾਂ ਨਹੀਂ ਕੀਤੀ, ਇਹ ਪ੍ਰਕਿਰਿਆ ਕਿਵੇਂ ਰਹੀ ਸਾਰੀ? ਅਸੀਂ ਅੰਮ੍ਰਿਤਸਰ ਕੰਟੈਕਟ ਕੀਤਾ ਸੀ ਐਸਜੀਪੀਸੀ ਜੀ ਜੀ, ਤੇ ਉਹਨਾਂ ਨੇ ਸਿੰਘ ਸਾਹਿਬ ਜੀ ਨੇ ਬੋਲਿਆ ਸੀ ਕਿ ਮਹਾਰਾਜ ਦਾ ਸਰੂਪ ਜੋ ਹੈ, ਅਸੀਂ ਕਿਹਾ ਸੀ ਕਿ ਹੁਣ ਤੁਸੀਂ ਸ਼ੁਧਾਈ ਵੀ ਕਰੋ, ਨਾਲੇ ਜਿਲਦ ਵਗੈਰਾ ਸਭ ਚੜਾਓ, ਔਰ ਇਹ ਸੇਵਾ ਹੁਣ ਤੁਹਾਡੀ ਹੈ, ਕਿਉਂਕਿ ਇਹ ਮੈਨੂੰ ਨਹੀਂ ਪਤਾ ਕਿ ਸਭ ਕਿੱਥੋਂ ਹੁੰਦਾ ਹੈ। ਔਰ ਉਹਨਾਂ ਨੂੰ ਅਸੀਂ ਬਕਾਇਦਾ ਬੈਂਡ ਬਾਜੇ ਨਾਲ ਮਹਾਰਾਜ ਦਾ ਸਰੂਪ ਪਾਲਕੀ ਸਾਹਿਬ ਵਿੱਚ 5 ਪਿਆਰਿਆਂ ਨਾਲ ਰਾਮਸਰ ਸਾਹਿਬ ਲੈ ਕੇ ਗਏ ਸੀ ਜੀ, ਔਰ ਉੱਥੇ ਹੀ ਹੈ, ਉੱਥੇ ਹੀ ਸ਼ੁਦਾਈ ਹੋਈ ਹੈ। ਹੁਣ ਮਹਾਰਾਜ ਦਾ ਸਰੂਪ ਕਿੱਥੇ ਹੋ? ਰਾਮਸਰ ਸਾਹਿਬ ਹੀ ਹੈ ਜੀ। ਹਾਂਜੀ ਹਾਂਜੀ, ਕੀ ਬਾਤ। ਅੱਛਾ, ਇੱਕ ਗੱਲ ਦੱਸਿਓ, ਕਿਉਂਕਿ ਜਦ ਤੱਕ ਮੈਨੂੰ ਪਤਾ ਲੱਗਿਆ ਇਹ ਵੀ ਹੋਇਆ ਸੀਗਾ ਕਿ ਗੁਰੂ ਮਹਾਰਾਜ ਦਾ ਸਰੂਪ ਲਿਖਣ ਤੇ ਪਾਬੰਦੀ ਵੀ ਹੋ ਗਈ ਸੀ, ਤੁਹਾਡੇ ਤੋਂ ਬਾਅਦ ਹੋਈ ਹੈ ਜਾਂ ਕਿਵੇਂ ਹੋਈ ਹੈ? ਜੀ, ਮੇਰੇ ਤੋਂ ਬਾਅਦ ਮੈਂ ਪੜਿਆ ਸੀ ਖੁਦ ਕਿ ਮਹਾਰਾਜ ਦਾ ਸਰੂਪ ਬਿਨਾਂ ਇਜਾਜ਼ਤ ਦੇ ਕੋਈ ਲਿਖੇਗਾ ਨਹੀਂ, ਲਿਖ ਨਹੀਂ ਸਕਦਾ, ਬਟ ਉਹ ਮੇਰੇ ਬਾਅਦ ਤੋਂ ਹੋਇਆ ਸੀ। ਹਾਂਜੀ, ਤੁਸੀਂ ਸਰੂਪ ਕੰਪਲੀਟ ਕਰ ਚੁੱਕੇ ਸੀ? ਕਿਉਂਕਿ ਸਿੰਘ ਸਾਹਿਬ ਖੁਦ ਆਂਦੇ ਸਨ ਦੇਖਣ ਵਾਸਤੇ, ਅਗਰ ਇਸ ਤਰ੍੍ਹਾਂ ਦੀ ਪਾਬੰਦੀ ਹੁੰਦੀ ਤੇ ਉਹ ਮੈਨੂੰ ਮਨਾ ਕਰਦੇ। ਕਿੰਨਾ ਟਾਈਮ ਲੱਗਿਆ ਤੁਹਾਨੂੰ ਗੁਰੂ ਮਹਾਰਾਜ ਦਾ ਸਰੂਪ ਕੰਪਲੀਟ ਕਰਨ ਤੇ? ਮੈਂ ਤੇ ਬਹੁਤ ਹੈਰਾਨ ਆ ਜੀ। ਮੈਂ ਸੋਚਦੀ ਸੀ ਕਿ ਇਤਨਾ ਜੋ ਪੰਜਾਬੀ ਦੇ 14 ਸਾਲ ਲਾਏ ਹੈ, ਕਿਸੇ ਨੇ 9 ਸਾਲ ਲਾਏ, ਬਿਲਕੁਲ ਤੁਹਾਨੂੰ ਬਹੁਤ ਜ਼ਿਆਦਾ ਲੱਗੇਗਾ ਟਾਈਮ। ਮੈਨੂੰ ਲੱਗੇ ਜੀ 1 ਸਾਲ 7 ਮਹੀਨੇ ਔਰ 15 ਦਿਨ। ਕੀ ਬਾਤ। ਮਹਾਰਾਜ ਦਾ ਸਰੂਪ ਕੰਪਲੀਟ ਹੋ ਗਿਆ ਸੀ, ਔਰ ਤਾਂ ਹੀ ਫਿਰ ਤੁਹਾਡਾ ਨਾਮ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਚ ਹੈ। ਬਿਲਕੁਲ ਜੀ। ਫਿਰ ਅਸੀਂ ਕਿਉਂਕਿ ਬੱਚਿਆਂ ਨੇ ਜਦੋਂ ਦੇਖਿਆ ਕਿ ਇਹ ਤੇ ਵਰਲਡ ਰਿਕਾਰਡ ਹੈ, ਮਤਲਬ ਇਤਨਾ ਫਾਸਟ ਐਟਲੀਸਟ ਇੰਡੀਆ ਵਿੱਚ ਤੇ ਨਹੀਂ ਲਿਖਿਆ, ਦੈਨ ਅਸੀਂ ਲਿਮਕਾ ਬੁੱਕ ਵਾਲਿਆਂ ਨਾਲ ਕੰਟੈਕਟ ਕੀਤਾ, ਔਰ ਉਹਨਾਂ ਨੇ ਫਿਰ ਸਾਰੀ ਤਹਿਕੀਕਾਤ ਕੀਤੀ ਵੀ ਹਾਂ ਵਾਕਈ ਇਹ ਬਿਲਕੁਲ ਠੀਕ ਹੈ, ਇਹਨਾਂ ਨੇ ਬਿਲਕੁਲ ਠੀਕ ਲਿਖਿਆ, ਔਰ ਲਿਮਕਾ ਬੁੱਕ ਆਫ ਰਿਕਾਰਡਸ ਤੇ ਮੇਰਾ ਨਾਮ 2013 ਵਿੱਚ ਆ ਗਿਆ ਸੀ ਜੀ। ਪਰ ਬੱਬਲ ਜੀ, ਮੇਰੇ ਵਾਸਤੇ ਹਾਲੇ ਵੀ ਬੜੀ ਹੈਰਾਨਗੀ ਦੀ ਗੱਲ ਹੈ ਕਿ ਤੁਸੀਂ ਪ੍ਰੋਫੈਸ਼ਨਲ ਟ੍ਰੇਨਿੰਗ ਕੋਈ ਲਈ ਨਹੀਂ, ਫਿਰ ਤੁਸੀਂ ਉਹ ਅੱਖਰ, ਮਤਲਬ ਮੈਂ ਉਸ ਰੂਪ ਦੇ ਦਰਸ਼ਨ ਕੀਤੇ ਹੋਏ ਆ, ਮੋਤੀਆ ਵਰਗੇ ਅੱਖਰ ਹੈ, ਮਤਲਬ ਕੋਈ ਪ੍ਰਿੰਟਿੰਗ ਮਸ਼ੀਨ ਵੀ ਨਹੀਂ ਛਾਪ ਸਕਦੀ ਜਿਵੇਂ ਤੁਸੀਂ ਉਹ ਲਿਖਿਆ। ਉਹ ਕਿਵੇਂ ਹੋਇਆ ਫਿਰ? ਕੁਛ ਨਾ ਕੁਛ ਤੇ ਟ੍ਰੇਨਿੰਗ ਹੋਈ ਹੋਣੀ, ਕਿਵੇਂ? ਕਿਉਂਕਿ ਆਮ ਪੇਂਟਿੰਗ ਤੇ ਸਰੂਪ ਨੂੰ ਲਿਖਣਾ, ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਹਰਪ੍ਰੀਤ ਜੀ, ਸਕੂਲ ਟਾਈਮ ਤੇ ਮੈਂ ਹਮੇਸ਼ਾ ਪ੍ਰਾਈਜ਼ ਲੈਂਦੀ ਸੀ, ਹੈਂਡ ਰਾਈਟਿੰਗ ਮੇਰੀ ਬਹੁਤ ਅੱਛੀ ਸੀ। ਕੀ ਬਾਤ। ਸ਼ੁਰੂ ਤੋਂ ਹਾਲੇ ਵੀ ਮੈਂ ਸਮਝ ਸਕਦੀ ਹਾਂ ਕਿ ਆਈ ਐਮ 67 ਨਾਓ, ਬਟ ਮੇਰੀ ਹੈਂਡ ਰਾਈਟਿੰਗ ਹਾਲੇ ਵੀ ਮਤਲਬ ਹੱਥ ਸਦਿਆ ਹੋਇਆ, तो महाराज ने भी कुछ देखा होगा ना ਵੀ ਜਿਸ ਗੱਲ 'ਚ ਤੁਸੀਂ ਪਰਪੱਕ ਉੱਥੇ ਹੀ ਲਾਇਆ, ਤੁਹਾਨੂੰ ਫਿਰ ਉੱਥੇ ਹੀ ਲਾਇਆ, ਬਿਲਕੁਲ। ਅੱਛਾ, ਇਸ ਤੋਂ ਇਲਾਵਾ ਮੈਂ ਤੁਹਾਡੇ ਉਹ ਵੀ ਦੇਖਿਆ ਕਿ ਪੇਂਟਿੰਗਸ ਬਹੁਤ ਅੱਛੀਆਂ ਤੁਸੀਂ ਬਣਾਉਂਦੇ ਹੋ, ਕਿਉਂਕਿ ਉਹ ਪੇਂਟਿੰਗਸ ਜਿਹੜੀਆਂ ਨੇ ਉਹ ਦੇਖਣ ਤੋਂ ਐਂ ਲੱਗਦਾ ਕਿ ਹੁਣੇ ਬੋਲਣਗੀਆਂ, ਹੁਣੇ ਕੋਈ ਨਾ ਕੁਝ ਕਹਿਣਗੀਆਂ। ਉਹ ਵੀ ਕਿਵੇਂ ਸ਼ੁਰੂਆਤ ਹੋਈ, ਜਾਂ ਉਹਦੀ ਵੀ ਕੋਈ ਪ੍ਰੋਫੈਸ਼ਨਲ ਟ੍ਰੇਨਿੰਗ ਲਈ, ਜਾਂ ਐਵੇਂ ਬਸ ਜਿੰਨਾ ਸਕੂਲ ਕਾਲਜ 'ਚ ਸਿੱਖ ਲਿਆ ਉਨਾ ਹੀ? बिल्कुल, जितना स्कूल कॉलेज से सीखा उतना ही है। ट्रेनिंग कोई स्पेशल ट्रेनिंग नहीं ली। हालांकि मैं आर्ट कॉलेज ज्वाइन करना चाहती सी, बट घर दे हालात इस तरह दे सी कि मैं निकल नहीं सकती सी बाहर। ट्रेनिंग कोई नहीं ली है, बट समो गुरु गोबिंद सिंह पातशाह नाल बहुत मेरा प्यार है, बहुत ज़्यादा। और तुहानू जान के खुशी होएगी कि अगर 100% ਵਿੱਚੋਂ 90% ਮਹਾਰਾਜ ਦੇ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਹੀ ਬੰਦੇ ਆ ਮੇਰੇ। ਅੱਛਾ, ਅਸੀਂ ਇਹ ਵੀ ਸੁਣਿਆ ਕਿ ਤਖਤ ਸ੍ਰੀ ਹਜ਼ੂਰ ਸਾਹਿਬ, ਹੇਮਕੁੰਟ ਸਾਹਿਬ, ਉੱਥੇ ਵੀ ਸ਼ਿਸ਼ੋਭਿਤ ਹੋਈਆਂ ਪੇਂਟਿੰਗਸ? ਬਿਲਕੁਲ ਜੀ, ਮੈਂ ਇੱਕ ਵਾਰ ਗਈ ਸੀ ਹਜ਼ੂਰ ਸਾਹਿਬ ਜੀ, ਔਰ ਆਈ ਥਿੰਕ ਇਹ ਕੋਵਿਡ ਜੈਨ ਤੇ 2019 ਤੇ ਹੈ ਨਾ, ਤੇ ਉਸ ਤੋਂ 2 ਮਹੀਨੇ ਪਹਿਲੇ ਮੈਂ ਗਈ ਸੀ, ਤਾਂ ਕੋਵਿਡ ਨਹੀਂ ਸੀ ਜੀ। मैं उत्थे गई सी ते मेरा दिल करदा सी कि जो महाराज दा स्वरूप आप जी देखो दर्शन सवेरे रोज होंदे हैं सामने, मेरा दिल करदा सी कि
मैं ਇਹ ਵਾਲੀ ਫੋਟੋ ਬਣਾਵਾਂ ਔਰ ਉੱਥੇ ਸੁਸ਼ੋਭਿਤ ਹੋਏ, ਮੇਰਾ ਦਿਲ ਕਰਦਾ ਸੀ। ਫਿਰ ਗਿਆਨੀ ਕੁਲਵੰਤ ਸਿੰਘ ਜੀ ਨਾਲ ਮੈਂ ਗੱਲ ਕੀਤੀ ਜੀ, ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਪੇਂਟਿੰਗ ਕਰਦੀ ਹਾਂ ਔਰ ਆਪ ਜੀ ਇਜਾਜ਼ਤ ਦਿਓ ਤੇ ਮੈਂ ਇਤਨੀ ਵੱਡੀ ਪੇਂਟਿੰਗ ਬਣਾਵਾਂ, ਮੈਨੂੰ ਮੈਜ਼ਰਮੈਂਟ ਦੇ ਦਿਓ ਤੇ ਮੇਰਾ ਬਹੁਤ ਦਿਲ ਕਰਦਾ ਹੈ। ਕਹਿੰਦੇ ਆ ਕਿ ਕਿੰਨੇ ਟਾਈਮ ਤੇ ਬਣ ਜਾਏਗੀ। ਮੈਂ ਬੋਲਿਆ ਕਿ ਮੈਂ 2 ਮਹੀਨੇ ਵਿੱਚ ਬਣਾ ਕੇ ਨਾ ਆਪ ਜੀ ਕੋਲ ਲੈ ਕੇ ਆ ਜਾਵਾਂਗੀ। ਹਾਂਜੀ, ਔਰ ਉਹ 2 ਮਹੀਨੇ ਵਿੱਚ ਫਿਰ ਉਸ ਤੋਂ ਬਾਅਦ ਕੋਵਿਡ ਦਾ ਹੋ ਗਿਆ ਸੀ। ਮੈਨੂੰ ਯਾਦ ਹੈ ਮੈਂ 18 ਜੈਨ ਨੂੰ ਗਈ ਸੀ ਫਲਾਈਟ ਲੈ ਕੇ ਬਣਾ ਕੇ ਹਜ਼ੂਰ ਸਾਹਿਬ, ਔਰ 20 ਨੂੰ ਵਾਪਸ ਆ ਗਈ ਸੀ। ਬਟ ਉੱਥੇ ਪੇਂਟਿੰਗ ਉਹਨਾਂ ਨੇ ਹਲੇ ਮਿਊਜ਼ੀਅਮ ਵਿੱਚ ਸੋਨੇ ਦੇ ਫਰੇਮ ਵਿੱਚ ਲਗਾ ਕੇ ਰੱਖੀ ਹੋਈ ਹੈ ਜੀ ਮਿਊਜ਼ੀਅਮ ਤੇ। ਔਰ ਹਜ਼ੂਰ ਸਾਹਿਬ ਵੀ ਮੇਰਾ ਬਹੁਤ ਦਿਲ ਕਰਦਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿੱਥੇ ਇਤਨੀ ਤਪੱਸਿਆ ਕੀਤੀ ਹੈ, ਸੇਮ ਉਸ ਤਰ੍ਹਾਂ ਦੇ ਸਰੂਪ ਜਿਸ ਤਰ੍ਹਾਂ ਦਾ ਸਰੂਪ ਹਜ਼ੂਰ ਸਾਹਿਬ ਵਿੱਚ ਹੈਗੇ ਨਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਉਵੇਂ ਉਧਰ ਬਣਾਇਆ। ਔਰ ਜਿਸ ਤਰ੍ਹਾਂ ਹੇਮਕੁੰਟ ਸਾਹਿਬ ਵਿੱਚ ਹੈ ਉੱਥੇ ਵੀ ਉਸ ਤਰ੍ਹਾਂ ਦਾ ਹੀ ਬਣਾਇਆ ਜੀ। ਉੱਥੇ ਵੀ ਮਹਾਰਾਜ ਦਾ ਸਰੂਪ ਕਾਫੀ ਵੱਡਾ ਸੀ। ਤੇ ਵੈਸੇ ਤਾਂ ਦਸੇ ਗੁਰੂ ਬੜੇ ਸਨਮਾਨਯੋਗ ਨੇ, ਸਾਡਾ ਅਕੀਦਾ ਸਾਡਾ ਸਿਰ ਝੁਕਦਾ, ਪਰ ਖਾਸ ਲਗਾਵ ਦਸਮ ਪਾਤਸ਼ਾਹ ਨਾਲ ਕਿਵੇਂ? ਸ਼ੁਰੂ ਤੋਂ ਹੈ ਜੀ। ਦਸ਼ਮ ਪਾਤਸ਼ਾਹ ਅਗਰ ਮੇਰੇ ਮੂੰਹ ਤੋਂ ਵਾਹਿਗੁਰੂ ਜੀ ਨਿਕਲਦਾ ਨਾ ਤੇ ਮੇਰਾ ਧਿਆਨ ਇੱਕਦਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਜਾਂਦਾ ਹੈ ਸ਼ੁਰੂ ਤੋਂ ਹੀ। ਨਹੀਂ ਪਤਾ ਹਰਪ੍ਰੀਤ ਜੀ ਕਿਉਂ। ਔਰ ਅਗਰ ਮੈਨੂੰ ਰਾਤ ਨੂੰ ਕਈ ਵਾਰ ਮੇਰੇ ਹਸਬੈਂਡ ਦੀ ਡੈਥ ਹੋ ਚੁੱਕੀ ਹੈ ਔਰ ਕੱਲਿਆਂ ਬਹੁਤ ਕਈ ਵਾਰ ਡਰ ਵੀ ਲੱਗਦਾ ਸੀ, तो पातशाह ने एक बार दर्शन दे के बोलिया सी कि असी पैरा लगा दिता है। क्या बात। ते ओ मैनू इतनी स्ट्रेंथ मिलती है कि जदों भी मैं थोड़ी कमज़ोर पैंदी हाँ पातशाह नूं हमेशा अपने कोल पांदी हाँ। जब तुसीं ये काम शुरू किया फैमिली दी सपोर्ट सी, बच्चों दी? बच्चों लग्या नहीं कि चलो शौकिया तौर पर कर रहे हैं, पर शौकिया तौर पर करते करते कदों वर्ल्ड रिकॉर्ड बन गया पता नहीं लग्या? सच पुछो तो बच्चों का अगर तुसी बोलो कि कुछ भी बच्चों ने मदद, मतलब बच्चे हमेशा बोलते सी कि यस मॉम तुसी कर सकते हो, है ना। बाकी मेरी मदद वास्ते यस मेरा वीर है अमरजीत जलंधर विच ही हैगे, उन्हां दा फुल सपोर्ट। आई थिंक कि उन्हां दे सपोर्ट तो बगैर मैं एक कदम बिल्कुल पॉसिबल नहीं सी। और साडे घर दा विजय बेटा है, अगर वो मेरे हस्बैंड नूं ना संभालदा तो शायद एक काम हो भी नहीं सकता सी। महाराज सेवा है ना, तो वाहिगुरू जी ने सब सैटल करके ही ये हुक्म लगाया मेरे उत्ते। अच्छा बबल जी ਆਪਾਂ ਸਮਾਪਤੀ ਵੱਲ ਵਧ ਰਹੇ ਹਾਂ ਹੁਣ। ਮਨ ਦੇ ਵਿੱਚ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਦੇਖ ਰਹੇ ਆ, ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਕੋਈ ਨਾ ਕੋਈ ਅਰਮਾਨ, ਕੋਈ ਨਾ ਕੋਈ ਸੁਪਨੇ ਹੁੰਦੇ ਨੇ ਜਿਹੜੇ ਪੂਰੇ ਨਹੀਂ ਹੋ ਪਾਉਂਦੇ, ਤੇ ਇੱਕ ਏਜ ਆ ਕੇ ਬੰਦਾ ਕਹਿੰਦਾ ਕਿ ਛੱਡੋ ਹੁਣ ਸਾਰੀ ਉਮਰ ਨਹੀਂ ਕੁਝ ਹੋਇਆ ਤਾਂ ਹੁਣ ਕੀ ਹੋਣਾ, ਉਹਨਾਂ ਲਈ ਕੀ ਕਹੋਗੇ ਤੁਸੀਂ? हरप्रीत जी पहले तो मैं एक गल बोलांगी कि शिकायतें तो बहुत है इस जिंदगी तुझसे, है ना, शिकायतें तो बहुत है, मगर चुप हूँ इसलिए कि जो तूने मुझे दिया ना वो हर एक को नहीं मिला। क्या बात है। तो जो जिंदगी ने दिता है उहदे ते मान करो। बिल्कुल बिल्कुल, ये लिखा होया सी, तुर लिखा होया सी, है ना। और हिम्मत मैं भी नहीं हारी, और सब आस पास वालियां दा प्यार जो है, रेस्पैक्ट मिलता रहा, इज्जत मिलती रही, बच्चों का सपोर्ट मिलता रहा, तो मैं धीरे धीरे अगे वधदी गई। और एक गल जरूर बोलांगी हरप्रीत जी कि असी सारे गुरु नानक देव जी की फुलवारी दे फुल हाँ। जे असी चाहते हाँ कि बाबे नानक की फुलवारी इस तरह खिली रहे, तो सानू सिक्खी दे इस बूटे नू, है ना, सिक्खी दे इस बूटे नू बाणी और बाणी नाल संजो के रखना है। और हरप्रीत जी मैं एक गल जरूर बोलना चाहांगी कि तुसी इस सिक्खी दे बूटे नू ना बखूबी निभाया होया है। तुसी रोल मॉडल हो साडे यंग जनरेशन दे। थैंक यू, बहुत मेहरबानी। एक मेरा आखिरी सवाल है, गुरु ग्रंथ साहब जी का स्वरूप लिखण तो पहला ते गुरु ग्रंथ साहब जी का स्वरूप लिखण तो बाद अपने आप दे विच की चेंजेस महसूस कीते, लाइफ दे विच की चेंजेस तुहानू नजर आए? बिल्कुल, जो पहले ते एक जिस तरह कह लो ना कि नॉर्मल इंसान है ना, जिन्हों गुरमुखी नहीं आती तो आपां सोच भी नहीं सकते कि लिखांगे, पर जिस वेले ये हुक्म हो गया कि लिखना है हरप्रीत जी, उस वक्त मेरे पैर ना कह लो कि जमीन ते लगदा ही नहीं सा कि कुछ तो देखा ही होगा। हमेशा मैं अक्सर ये बोलती हूँ कुछ तो देखा होना परमात्मा ने, और हौली हौली फिर रब जी ने अपने नाल जोड़ना शुरू कर दिता हरप्रीत जी। बिल्कुल
ਹੁਣ ਇਤਨੀ ਲਗਨ ਲੱਗ ਗਈ ਹੈ ਕਿ ਨਾ ਹੁਣ ਦੁਨੀਆ ਤੋਂ ਡਰ ਲੱਗਦਾ ਹੈ, ਨਾ ਕਿਸੇ ਕੋਲੋਂ। ਹਮੇਸ਼ਾ ਵਾਹਿਗੁਰੂ ਜੀ ਨਾਲ ਹੈਗੇ ਆ। ਚਲ ਪਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਕਿਉਂਕਿ ਤੁਸੀਂ ਚੜ੍ਹਦੀ ਕਲਾ ਦੇ ਪ੍ਰਤੀਕ ਹੋ। ਤੁਹਾਨੂੰ ਇਸ ਮੰਚ ਤੇ ਲਿਆਉਣ ਦਾ ਮਕਸਦ ਹੀ ਸਾਡਾ ਇਹ ਸੀਗਾ ਕਿ ਉਹ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ, ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਸ਼ਨ, ਕਿਸੇ ਵੀ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ, ਉਹ ਸਾਰੇ ਦੂਰ ਹੋ ਜਾਣ। ਕਿੰਨੀਆਂ ਔਕੜਾਂ ਮੁਸ਼ਕਲਾਂ ਤੋਂ ਬਾਵਜੂਦ ਅੱਜ ਸਾਡੇ ਸਾਹਮਣੇ ਉਹ ਇੱਕ ਉਦਾਹਰਨ ਬੈਠੇ ਨੇ ਕਿ ਉਮਰ ਦੇ ਇਸ ਪੜਾਅ ਦੇ ਵਿੱਚ ਆ ਕੇ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ, ਜਿਨ੍ਹਾਂ ਨੂੰ ਸਹੀ ਤਰ੍ਹਾਂ ਦੇ ਨਾਲ ਗੁਰਮੁਖੀ ਵੀ ਨਹੀਂ ਆਉਂਦੀ ਸੀ, ਉਹਨਾਂ ਵੱਲੋਂ ਸਰੂਪ ਲਿਖਿਆ ਗਿਆ। ਇਹ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਬਹੁਤ ਬਹੁਤ ਧੰਨਵਾਦ ਬੱਬਲ ਜੀ ਤੁਹਾਡਾ ਸਾਡੇ ਨਾਲ ਗੱਲ ਬਹੁਤ ਬਹੁਤ ਸ਼ੁਕਰੀਆ। ਸੋ ਅਗਲੇ ਹਫਤੇ ਇੱਕ ਹੋਰ ਸ਼ਖਸੀਅਤ ਨਾਲ ਇਹ ਪ੍ਰੋਗਰਾਮ ਦਾ ਹਰਪ੍ਰੀਤ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਬਣੇ ਰਹੋ ਪੀਟੀਸੀ ਨਿਊਜ਼ ਨਾਲ। ਧੰਨਵਾਦ।